नरेंद्र मोदी ਨੂੰ ਇਹ ਵੀ ਗੱਲ ਕੀਤੀ ਆਪਣੀ ਚਿੱਠੀ ਵਿੱਚ ਕਿ ਸਿੱਖ ਜਿਹੜੇ ਨੇ ਇੱਕ ਵੱਖਰੀ ਕੌਮ ਹੈ, ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਇਹਨੂੰ ਤਸਲੀਮ ਕੀਤਾ ਜਾਵੇ, ਲਾਅ ਨੂੰ ਅਮੈਂਡ ਕੀਤਾ ਜਾਵੇ। ਸਾਡੀ ਆਪਣੀ ਬੋਲੀ ਹੈ, ਸਾਡਾ ਆਪਣਾ ਇੱਕ ਇਤਿਹਾਸ ਹੈ, ਸਾਡੀਆਂ ਆਪਣੀ ਧਾਰਮਿਕ ਰਹੁ ਰੀਤੀਆਂ ਨੇ, ਸਭ ਕੁਝ ਸਾਡੇ ਕੋਲ ਜੇ ਕੌਮ ਦੇ ਕੋਲ ਹੋਣਾ ਚਾਹੀਦਾ ਉਹ ਸਾਡੇ ਕੋਲ ਹੈ। ਇਸ ਕਰਕੇ ਸਿੱਖ ਇੱਕ ਵੱਖਰੀ ਕੌਮ ਹੈ, ਇਹ ਕਿਸੇ ਵੀ ਹੋਰ ਕੌਮ ਦਾ ਹਿੱਸਾ ਨਹੀਂ ਹੈਗੀ। ਬਈ ਉਹ ਗੁਰਪੁਰਬ ਮਨਾਉਣ ਦਾ, ਉਹ ਦਿਹਾੜੇ ਮਨਾਉਣ ਦਾ ਕੀ ਫਾਇਦਾ ਜਦ ਤੁਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਨਹੀਂ ਚੱਲ ਰਹੇ ਅਤੇ ਉਹਨਾਂ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਉਹ ਤੁਸੀਂ ਨਿਸਤੋ ਨਬੂਦ ਕਰਤੇ, ਢਾਹਤੇ। ਤਾਂ ਐਸੇ ਗੁਰਪੁਰਬ ਮਨਾਉਣ ਦਾ ਕੀ ਫਾਇਦਾ। ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਦੇ ਦਿਹਾੜੇ ਮਨਾਉਂਦੇ ਹੋ ਤਾਂ ਫਿਰ ਤੁਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਚੱਲਦੇ ਹੋਏ, ਠੀਕ ਹੈ, ਸਿੱਖ ਨੂੰ ਇੱਕ ਵੱਖਰੀ ਕੌਮ ਦੇ ਵੱਲੋਂ ਤਸਲੀਮ ਕਰੋ, ਬੰਦੀ ਸਿੰਘਾਂ ਦੀ ਰਿਹਾਈ ਕਰੋ, ਜਿਹੜੇ ਸਾਡੇ ਗੁਰਦੁਆਰੇ ਢਾਹਤੇ ਗਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਨਵੀਂ ਉਸਾਰੀ ਕੀਤੀ ਜਾਵੇ। ਗੌਰਮੈਂਟ ਕੋਲ ਇਸ ਗੱਲ ਦੀ ਪਾਵਰਸ ਨੇ, ਚਾਹੇ ਉਹ ਵਿਅਕਤੀ ਪੰਜਾਬ ਨੂੰ ਬਿਲੋਂਗ ਕਰਦਾ ਹੈ, ਚਾਹੇ ਕਿਸੇ ਹੋਰ ਸਟੇਟ ਨੂੰ ਬਿਲੋਂਗ ਕਰਦਾ ਹੈ। ਸੈਂਟਰਲ ਗੌਰਮੈਂਟ ਨੂੰ ਆਰਟੀਕਲ 72 ਦੇ ਅੰਡਰ ਰਾਸ਼ਟਰਪਤੀ ਕੋਲ ਸਾਰੀਆਂ ਪਾਵਰਸ ਨੇ ਔਰ ਉਹ ਰਿਹਾ ਕਰ ਸਕਦੇ ਨੇ। ਅਸੀਂ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਬਈ ਅਗਰ ਕੇਂਦਰ ਸਰਕਾਰ ਇਹ ਦਿਹਾੜੇ ਮਨਾ ਰਹੀ ਹੈ ਤੇ ਸਰਕਾਰ ਦੀ ਕਿ ਡਿਊਟੀ ਵੀ ਬਣਦੀ ਹੈ, ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਸਾਹਿਬ ਦੇ ਇਸ ਦਿਹਾੜੇ ਨੂੰ ਸਮਰਪਿਤ ਐਲਾਨ ਕਰਨ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪੂਰੇ ਹੋਣ ਤੇ ਜਿੱਥੇ SGPC ਵੱਲੋਂ ਵੱਡੇ ਸਮਾਗਮ ਲਿਖੇ ਜਾ ਰਹੇ ਆ, ਉੱਥੇ ਹਰਿਆਣਾ ਸਰਕਾਰ ਵੱਲੋਂ ਵੀ ਹਰਿਆਣਾ ਦੇ ਵਿੱਚ ਇੱਕ ਵੱਡਾ ਸਮਾਗਮ 21 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਤਾਂ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲਾਲ ਕਿਲ੍ਹੇ ਦੇ ਉੱਤੇ ਇਸ ਦਿਨ ਦੇ ਸਬੰਧ ਵਿੱਚ ਵਿਸ਼ੇਸ਼ ਭਾਸ਼ਣ ਜਿਹੜਾ ਹੈ ਉਹ ਦੇਸ਼ ਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਜਾ ਰਹੀ ਹੈ। ਤਾਂ ਚਿੱਠੀ ਦੇ ਵਿੱਚ ਕੁਝ ਮੰਗਾਂ ਜਿਹੜੀਆਂ ਉਹ ਰੱਖੀਆਂ ਗਈਆਂ। ਕੀ ਉਹ ਮੰਗਾਂ ਹੈ, ਸਾਡੇ ਨਾਲ ਸਿੱਖ ਜਥੇਬੰਦੀਆਂ ਦੇ ਆਗੂ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਕੀ ਮੰਗਾਂ ਜਿਹੜੀਆਂ ਤੁਸੀਂ ਵਿਸ਼ੇਸ਼ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਪੂਰਨ 'ਤੇ ਜਿਹੜੀਆਂ ਰੱਖੀਆਂ? ਦੇਖੋ, ਬਤੌਰ ਸਿੱਖ ਅਸੀਂ ਆਪਣੇ ਗੁਰੂਆਂ ਦੇ ਉਪਦੇਸ਼ਾਂ ਤੋਂ, ਉਹਨਾਂ ਦੀ ਜੀਵਨ ਸ਼ੈਲੀ ਤੋਂ ਸਮੇਂ-ਸਮੇਂ ਦੇ ਉੱਤੇ ਅਸੀਂ ਇੰਸਪਾਇਰੇਸ਼ਨ ਲੈਂਦੇ ਹਾਂ, ਮੋਟੀਵੇਸ਼ਨ ਲੈਂਦੇ ਹਾਂ ਅਤੇ ਉਹਨਾਂ ਦੇ ਦੱਸੇ ਉਪਦੇਸ਼ਾਂ ਦੇ ਮੁਤਾਬਕ ਅਸੀਂ ਸਮਾਜ ਵਿੱਚ ਰਹਿ ਕਰਕੇ ਕਾਰ ਵਿਹਾਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦਾ ਸਾਨੂੰ ਬੜਾ ਸਪਸ਼ਟ ਸੰਦੇਸ਼ ਹੈ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਨਾ ਤਾਂ ਸਿੱਖ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਹੀ ਕਿਸੇ ਦਾ ਭੈ ਕਬੂਲਦਾ ਹੈ। ਜਿੱਥੇ ਤੱਕ ਸਵਾਲ ਹੈਗਾ ਹੈ ਆਪਣੇ ਹੱਕਾਂ ਦੀ ਗੱਲ, ਅਤੇ ਸਾਨੂੰ ਗੁਰੂਆਂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਤੁਸੀਂ ਕਿਸੇ ਵੀ ਜ਼ੁਲਮ ਦੇ ਅੱਗੇ ਆਪਣੇ ਆਪ ਨੂੰ ਸਬਮਿਟ ਨਹੀਂ ਕਰਨਾ। ਸੋ ਇਸ ਦੇ ਚੱਲਦਿਆਂ ਅਸੀਂ ਸਮਝਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਅਸੀਂ ਇਹ ਸਮਝਦੇ ਹਾਂ ਕਿ ਬਈ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਦਿਹਾੜਾ 400 ਸਾਲਾ ਜਿਹੜਾ ਹੈ ਵੱਖ-ਵੱਖ ਸਰਕਾਰਾਂ ਮਨਾ ਰਹੀਆਂ ਨੇ, ਵਿਸ਼ੇਸ਼ ਤੌਰ 'ਤੇ ਭਾਰਤ ਸਰਕਾਰ, ਮੋਦੀ ਸਰਕਾਰ ਮਨਾ ਰਹੀ ਹੈ। ਤੋ ਮੋਦੀ ਸਾਹਿਬ ਨੂੰ ਇਸ ਦੱਸਣ ਵਾਸਤੇ ਕਿ ਵੀ ਜੇਕਰ ਗੁਰਪੁਰਬ ਮਨਾ ਰਹੇ ਹੋ, ਉਹਨਾਂ ਦੇ ਦਿਹਾੜੇ ਮਨਾ ਰਹੇ ਹੋ ਤਾਂ ਉਹਨਾਂ ਦੇ ਉਪਦੇਸ਼ਾਂ ਦੇ ਮੁਤਾਬਕ ਤੁਹਾਨੂੰ ਕਾਰ ਵਿਹਾਰ ਵੀ ਕਰਨਾ ਪਏਗਾ। ਐਸਾ ਨਹੀਂ ਹੈ ਕਿ ਤੁਸੀਂ ਪੋਲੀਟੀਕਲ ਸ਼ੋਅ ਕਰਕੇ ਆਪਣਾ ਘਰੇ ਘਰੀ ਲੋਕੀ ਚਲੇ ਜਾਣ। ਨਹੀਂ, ਜਿੱਥੇ ਜਿੱਥੇ ਸਰਕਾਰਾਂ ਨੇ ਕੋਈ ਗਲਤੀਆਂ ਕੀਤੀਆਂ ਨੇ, ਗੁਰੂ ਸਾਹਿਬ ਦੇ ਕੋਲੋਂ ਗਾਈਡੈਂਸ ਲਵੋ ਅਤੇ ਗੁਰੂ ਸਾਹਿਬ ਦੇ ਦੱਸੇ ਉਪਦੇਸ਼ਾਂ 'ਤੇ ਚੱਲਦੇ ਹੋਏ। ਪਹਿਲੀ ਗੱਲ ਅਸੀਂ ਉਹਨਾਂ ਨੂੰ ਇਹ ਕਹੀ ਹੈ ਮੋਦੀ ਸਾਹਿਬ ਨੂੰ ਆਪਣੀ ਚਿੱਠੀ ਦੇ ਵਿੱਚ ਕਿ ਬੰਦੀ ਸਿੰਘ ਜੋ ਕਿ 31-32 ਸਾਲਾਂ ਤੋਂ ਗੁਰਦੀਪ ਸਿੰਘ ਖਹਿੜਾ ਜੇਲ੍ਹਾਂ ਵਿੱਚ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਮੈਂ ਇੱਕ ਐਕਸਟ੍ਰੀਮ ਐਗਜ਼ਾਮਪਲ ਦਿੱਤੀ 32 ਸਾਲਾਂ ਦੀ। ਉਹਦੇ ਬਾਅਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਬਹੁਤ ਸਾਰੇ ਬੰਦੀ ਸਿੰਘ ਜਿਹੜੇ ਇਹਨਾਂ ਦੀ ਰਿਹਾਈ ਦੀ ਗੱਲ ਜਿਹੜੀ ਹੈ ਉਹ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਕਾਨੂੰਨੀ ਅੜਚਨ ਨਹੀਂ ਹੈਗੀ। ਇਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ 400 ਸਾਲਾਂ ਤੋਂ ਉੱਤੇ। ਗੌਰਮੈਂਟ ਕੋਲ ਇਸ ਗੱਲ ਦੀ ਪਾਵਰਸ ਨੇ,
ਚਾਹੇ ਉਹ ਵਿਅਕਤੀ ਪੰਜਾਬ ਨੂੰ ਬਿਲੋਂਗ ਕਰਦਾ ਹੈ, ਚਾਹੇ ਕਿਸੇ ਹੋਰ ਸਟੇਟ ਨੂੰ ਬਿਲੋਂਗ ਕਰਦਾ ਹੈ, ਸੈਂਟਰਲ ਗੌਰਮੈਂਟ ਨੂੰ ਆਰਟੀਕਲ 72 ਦੇ ਅੰਡਰ ਰਾਸ਼ਟਰਪਤੀ ਕੋਲ ਸਾਰੀਆਂ ਪਾਵਰਸ ਨੇ ਔਰ ਉਹ ਰਿਹਾ ਕਰ ਸਕਦੇ ਨੇ। ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਬਈ ਅਗਰ ਕੇਂਦਰ ਸਰਕਾਰ ਇਹ ਦਿਹਾੜੇ ਮਨਾ ਰਹੀ ਹੈ ਤੇ ਸਰਕਾਰ ਦੀ ਕਿ ਡਿਊਟੀ ਵੀ ਬਣਦੀ ਹੈ, ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਸਾਹਿਬ ਦੇ ਇਸ ਦਿਹਾੜੇ ਨੂੰ ਸਮਰਪਿਤ ਐਲਾਨ ਕਰਨ ਕਿ ਅਸੀਂ ਜਿਹੜੇ ਬੰਦੀ ਸਿੰਘ ਜਿਹਨਾਂ ਦੀ ਸਜ਼ਾਵਾਂ ਪੂਰੀਆਂ ਕਰ ਰਹੀਆਂ ਨੇ, ਉਹਨਾਂ ਵਿੱਚ ਭਾਈ ਜਗਤਾਰ ਸਿੰਘ ਤਾਰਾ ਵੀ ਨੇ, ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ, ਪਿਓਰਾ ਸਾਹਿਬ ਨੇ, ਰਾਜੋਆਣਾ ਜੀ ਨੇ, ਲਖਵਿੰਦਰ ਸਿੰਘ ਨੇ, ਸ਼ਮਸ਼ੇਰ ਸਿੰਘ ਨੇ, ਗੁਰਮੀਤ ਸਿੰਘ ਨੇ, ਇਹ ਸਾਰੇ ਜਿੰਨੇ ਸਿੰਘ ਨੇ ਇਹਨਾਂ ਦੀ ਰਿਹਾਈ ਦੀ ਅਸੀਂ ਮੰਗ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਹੈਗਾ। ਦੂਸਰਾ ਪੁਆਇੰਟ ਇਹ ਹੈਗਾ ਹੈ ਕਿ ਜੇ ਤੁਸੀਂ ਸਹੀ ਮਾਇਨਿਆਂ ਦੇ ਵਿੱਚ ਸਿੱਖ ਗੁਰੂਆਂ ਦਾ ਸਤਿਕਾਰ ਕਰਦੇ ਹੋ, ਕਦੀ 550 ਸਾਲਾਂ ਮਨਾਉਣ ਦੀ ਗੱਲ ਕਰਦੇ ਹੋ, ਜਿਹੜਾ ਦਾ 550 ਸਾਲਾਂ ਮਨਾਇਆ ਉਸੇ ਗੁਰੂ ਦੇ ਗੁਰਦੁਆਰੇ ਢਾਏ ਹੋਏ ਨੇ। ਗੁਰਦੁਆਰਾ ਗਿਆਨ ਗੋਜੜੀ, ਗੁਰਦੁਆਰਾ ਡਾਂਗਬਾਟ ਢਾਇਆ ਹੋਇਆ। ਬਈ ਉਹ ਗੁਰਪੁਰਬ ਮਨਾਉਣ ਦਾ, ਉਹ ਦਿਹਾੜੇ ਮਨਾਉਣ ਦਾ ਕੀ ਫਾਇਦਾ ਜਦ ਤੁਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਨਹੀਂ ਚੱਲ ਰਹੇ ਅਤੇ ਉਹਨਾਂ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਉਹ ਤੁਸੀਂ ਨਿਸਤੋ ਨਬੂਤ ਕਰਤੇ, ਢਾਹਤੇ। ਤਾਂ ਐਸੇ ਗੁਰਪੁਰਬ ਮਨਾਉਣ ਦਾ ਕੀ ਫਾਇਦਾ। ਅਤੇ ਤੀਸਰੀ ਗੱਲ ਅਸੀਂ ਉਹਨੂੰ ਇਹ ਕਹੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇੱਕ ਕੌਮ ਕਿਉਂ ਹੈ ਵੱਖਰੀ ਕੌਮ? ਕਿਉਂਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡਾ ਇੱਕ ਵੱਖਰਾ ਸਿਸਟਮ ਬਣਾਇਆ। ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠਣ ਦਾ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਸਾਨੂੰ ਸਾਡੀ ਆਪਣੀ ਬੋਲੀ ਹੈ, ਸਾਡਾ ਆਪਣਾ ਇੱਕ ਇਤਿਹਾਸ ਹੈ, ਸਾਡੀਆਂ ਆਪਣੀ ਧਾਰਮਿਕ ਰਹੁ ਰੀਤੀਆਂ ਨੇ। ਸਭ ਕੁਝ ਸਾਡੇ ਕੋਲ ਜੇ ਕੌਮ ਦੇ ਕੋਲ ਹੋਣਾ ਚਾਹੀਦਾ ਉਹ ਸਾਡੇ ਕੋਲ ਹੈ। ਇਸ ਕਰਕੇ ਸਿੱਖ ਇੱਕ ਵੱਖਰੀ ਕੌਮ ਹੈ, ਇਹ ਕਿਸੇ ਵੀ ਹੋਰ ਕੌਮ ਦਾ ਹਿੱਸਾ ਨਹੀਂ ਹੈਗੀ। ਇਹ ਮੈਂ ਤੁਹਾਨੂੰ ਕਲੀਅਰ ਕਰ ਦਿਆਂ। ਸੋ ਇਸ ਕਰਕੇ ਅਸੀਂ ਨਰਿੰਦਰ ਮੋਦੀ ਨੂੰ ਇਹ ਵੀ ਗੱਲ ਕੀਤੀ ਆਪਣੀ ਚਿੱਠੀ ਵਿੱਚ ਕਿ ਸਿੱਖ ਜਿਹੜੇ ਨੇ ਇੱਕ ਵੱਖਰੀ ਕੌਮ ਹੈ, ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਇਹਨੂੰ ਤਸਲੀਮ ਕੀਤਾ ਜਾਵੇ, ਲਾਅ ਨੂੰ ਅਮੈਂਡ ਕੀਤਾ ਜਾਵੇ। ਸੋ ਸਿੱਖਾਂ ਦਾ ਜਿਹੜਾ ਨਿਆਰਾਪਨ ਜਿਹੜਾ ਹੈ ਉਸ ਨੂੰ ਤਸਲੀਮ ਕਰਦੇ ਹੋਇਆਂ ਕਦੀ ਸਿੱਖਾਂ ਨੂੰ ਦਸਤਾਰ ਕਰਕੇ, ਕਈ ਸਿੱਖਾਂ ਨੂੰ ਗਾਤਰੇ ਕਿਰਪਾਨ ਪਾਈ ਉਹਦੇ ਕਰਕੇ, ਕਦੀ ਕਿਸੇ ਕਾਰਨ ਵਿਦਿਆਰਥੀਆਂ ਨੂੰ ਜਿਹੜਾ ਹੈ ਇਹ ਪ੍ਰਕਾਰ ਦਾ ਸੰਤਾਪ ਹੰਡਾਉਣਾ ਪੈਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਖਤਮ ਹੋਣੀ ਚਾਹੀਦੀਆਂ ਨੇ ਜੇਕਰ ਤੁਸੀਂ ਸਹੀ ਮਾਇਨਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਦੇ ਦਿਹਾੜੇ ਮਨਾਉਂਦੇ ਹੋ ਤਾਂ ਫਿਰ ਤੁਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਚੱਲਦੇ ਹੋਏ, ਠੀਕ ਹੈ, ਸਿੱਖ ਨੂੰ ਇੱਕ ਵੱਖਰੀ ਕੌਮ ਦੇ ਵੱਲੋਂ ਤਸਲੀਮ ਕਰੋ, ਬੰਦੀ ਸਿੰਘਾਂ ਦੀ ਰਿਹਾਈ ਕਰੋ, ਜਿਹੜੇ ਸਾਡੇ ਗੁਰਦੁਆਰੇ ਢਾਹਤੇ ਗਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਨਵੀਂ ਉਸਾਰੀ ਕੀਤੀ ਜਾਵੇ। ਜੋ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਬਿਆਨ ਦਿੱਤਾ ਗਿਆ ਸੀ, ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਜਲਦ ਹੋਵੇਗੀ। ਕੀ ਲੱਗਦਾ ਨਹੀਂ ਕਿ ਹੋ ਜਾਣੀ ਚਾਹੀਦੀ ਹੁਣ ਤੱਕ, ਕਿੱਥੇ ਕਮੀ ਰਹਿ ਗਈ? ਅਸੀਂ ਸਮਝਦੇ ਹਾਂ ਕਿ ਸਰਕਾਰ ਦਾ ਕਥਨੀ ਅਤੇ ਕਰਨੀ ਦੇ ਵਿੱਚ ਕਾਫੀ ਫਰਕ ਹੈ। ਸਰਕਾਰ ਖੁਦ ਹੀ ਅਨਾਉਂਸਮੈਂਟ ਕਰਦੀ ਹੈ 550 ਸਾਲਾਂ 'ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖਹਿਰਾ, ਉਹ 550 ਸਾਲ 2019 ਦੀ ਗੱਲ ਹੈ, ਅਜੇ ਤੱਕ ਰਿਹਾ ਨਹੀਂ ਕੀਤੇ ਗਏ। ਇੱਥੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੀ ਕਥਨੀ ਕੁਛ ਹੈ, ਸਰਕਾਰ ਦੀ ਕਰਨੀ ਕੁਛ ਹੋਰ ਹੈ। ਜਿਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਸਰਕਾਰਾਂ ਪਾਸਾ ਵੱਟ ਲੈਂਦੀਆਂ ਨੇ। ਕੇਜਰੀਵਾਲ ਨੇ ਪਾਸਾ ਵੱਟ ਲਿਆ, ਸਾਰੀਆਂ ਵੋਟਾਂ ਪੰਜਾਬ ਦੀਆਂ ਲੈ ਲਈਆਂ, 92 ਸੀਟਾਂ ਲੈ ਲਈਆਂ, ਅਤੇ ਜਿੱਥੇ ਵੇਲੇ ਸਾਡੇ ਸਿੱਖਾਂ ਦੇ ਮੁੱਦੇ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਇਹਨਾਂ ਨੂੰ ਜਿਹੜਾ ਨਾ ਉਹ ਮੁੱਦੇ ਭੁੱਲ ਜਾਂਦੇ ਨੇ, ਗੱਲਾਂ ਕੁਛ ਹੋਰ ਕਰਨ ਲੱਗ ਪੈਂਦੇ ਨੇ। ਪਰ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਕੋਲ ਇੱਕ ਆਪਣਾ ਲੀਡਰ ਨਹੀਂ ਹੈਗਾ, ਇਹ ਵੀ ਇੱਕ ਵੱਡਾ ਘਾਟ ਹੈਗੀ। ਕਿਉਂਕਿ ਜਦੋਂ ਗੁਰੂ ਸਾਹਿਬ ਦਾ ਗੁਰਪੁਰਬ ਆਉਂਦਾ ਗੁਰੂ ਨਾਨਕ ਦੇਵ ਜੀ ਦਾ, ਤਾਂ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਬਿਆਨ ਦਿੰਦੇ ਆ ਕਿ ਖੇਤੀ ਸੁਧਾਰ ਕਾਨੂੰਨ ਵਾਪਸ ਲਿੱਤੇ ਜਾਂਦੇ ਆ। ਤਾਂ ਜਿਹੜੇ ਕਾਮਰੇਡਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਦਿੱਲੀ ਬਾਰਡਰ 'ਤੇ, ਉਹ ਇਕੱਠੇ ਹੋ ਕੇ ਜਾ ਕੇ ਉਹ ਫਾਈਲ ਜਿਹੜੀ ਆ, ਉਹ ਕਾਨੂੰਨ ਜਿਹੜੇ ਵਾਪਸ ਕਰਵਾ ਦਿੰਦੇ ਆ। ਲੇਕਿਨ 550ਵੇਂ ਪ੍ਰਕਾਸ਼ ਪੁਰਬ ਨੂੰ ਕਾਫੀ ਸਮਾਂ ਹੋ ਗਿਆ ਲੰਘਿਆ ਹੋਇਆ, ਉਦੋਂ ਦਾ ਬਿਆਨ ਜਾਰੀ ਕੀਤਾ, ਹਜੇ ਤੱਕ ਆਪਾਂ ਆਪਣੇ ਬੰਦੀ ਸਿੰਘ ਨਹੀਂ ਛਡਵਾ ਸਕੇ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਿੱਖ ਇਸ ਵੇਲੇ ਸਫਰ ਕਰ ਰਹੇ ਨੇ ਇੱਕ ਚੰਗੀ ਲੀਡਰਸ਼ਿਪ ਦੇ ਘਾਟ ਕਰਕੇ। ਚੰਗੀ ਲੀਡਰਸ਼ਿਪ, ਸਰਵ ਪ੍ਰਵਾਨਿਤ, ਹੋਰ ਇਮਾਨਦਾਰ, ਸਮਰਪਿਤ ਟੂ ਦਾ ਕੌਮ, ਸਾਨੂੰ ਇਸ ਵੇਲੇ ਇਹੋ ਜਿਹਾ ਲੀਡਰ ਨਹੀਂ ਮਿਲ ਰਿਹਾ। ਜਿੱਥੇ ਤੱਕ ਮੈਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰਾਂ, ਗਿਆਨੀ ਹਰਪ੍ਰੀਤ ਸਿੰਘ ਇੱਕ ਮਾਊਥ ਪੀਸ ਹੈ ਇੱਕ ਪੋਲੀਟੀਕਲ ਪਾਰਟੀ ਦਾ, ਇਸ ਤੋਂ ਗਾਂਹ ਕੁਛ ਨਹੀਂ ਹੈਗਾ। ਸੋ ਕਿਧਰੇ ਨਾ ਕਿਧਰੇ ਜਿਹੜਾ ਹੈ ਕਿ ਸਾਡੀ ਸਿੱਖ ਲੀਡਰਸ਼ਿਪ ਨੇ ਸਾਨੂੰ ਹਰ ਵਾਰੀ ਧੋਖਾ ਦਿੱਤਾ,
ਅਸੀਂ ਤਾਂ ਕਰਕੇ ਇਹ ਸੰਤਾਪ ਹੰਢਾ ਰਹੇ ਹਾਂ। ਸਾਡਾ ਮੰਨਣਾ ਹੈ ਕਿ ਅਗਰ ਚੰਗਾ ਸਾਡੇ ਕੋਲ ਕੋਈ ਆਗੂ ਹੁੰਦਾ, ਦੂਰ ਅੰਦੇਸ਼ੀ ਵਾਲਾ, ਸਾਰੀ ਕੌਮ ਨੂੰ ਨਾਲ ਲੈ ਕੇ ਤੁਰਨ ਵਾਲਾ ਤੇ ਜਾ ਕੇ ਨਾ ਵਿਕਣ ਵਾਲਾ, ਨਾ ਥੱਕਣ ਵਾਲਾ, ਅਗਰ ਐਸਾ ਕੋਈ ਆਗੂ ਹੁੰਦਾ ਤਾਂ ਮੇਰੇ ਖਿਆਲ ਮੁਤਾਬਕ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਇਲਾਵਾ ਇਹ ਜਿੰਨੇ ਮਸਲੇ ਨੇ, ਕੋਈ ਪਾਣੀ ਦਾ ਮਸਲਾ, ਕੋਈ ਪੰਜਾਬੀ ਬੋਲੀ ਇਲਾਕੇ ਦਾ ਮਸਲਾ, ਕੋਈ ਚੰਡੀਗੜ੍ਹ ਦਾ ਮਸਲਾ, ਇਹ ਸਾਰੇ ਮਸਲੇ ਜਿਹੜੇ ਸੀਗੇ ਇਹ ਹੱਲ ਹੋ ਜਾਣੇ ਸੀਗੇ। ਹੁਣ ਇੰਨੇ ਲੰਬੇ ਸਮੇਂ ਤੋਂ ਇਹ ਧਰਮ ਯੁੱਧ ਮੋਰਚੇ ਦੇ ਟਾਈਮ ਤੋਂ, ਜਦ 1984 ਦਰਬਾਰ ਸਾਹਿਬ ਮੁਲਵਾਇਆ, ਉਸ ਤੋਂ ਪਹਿਲਾਂ ਦਾ ਧਰਮ ਯੁੱਧ ਮੋਰਚਾ, ਉਹ ਮੰਗਾਂ ਅੱਜ ਤੱਕ ਲਟਕਦੀਆਂ ਆ ਰਹੀਆਂ ਨੇ। ਤੇ ਇਹਨਾਂ ਲੋਕਾਂ ਨੇ, ਅਕਾਲੀਆਂ ਨੇ, ਸਿੱਖ ਲੀਡਰਸ਼ਿਪ ਨੇ, ਬਾਦਲ ਪਰਿਵਾਰ ਨੇ, ਇਹਨਾਂ ਸਾਰਿਆਂ ਨੇ ਸੱਤਾ ਦਾ ਆਨੰਦ ਵੀ ਮਾਣਿਆ, ਆਪਣੇ ਘਰ ਵੀ ਭਰ ਲਏ, ਆਪਣੀ ਜ਼ਮੀਨਾਂ ਵਾਧਾ ਕਰ ਲਿਆ, ਆਪਣੇ ਬਾਹਰ ਹੋਟਲ ਬਣਾ ਲਏ, ਸਭ ਕੁਝ ਕਰ ਲਿਆ। ਕੌਮ ਦਾ ਨਹੀਂ ਸਵਾਰ ਸਕੇ, ਕੌਮ ਦਾ ਨਹੀਂ ਸਵਾਰ ਸਕੇ। ਹੁਣ ਹਰਸਿਮਰਤ ਕੌਰ ਬਾਦਲ ਵੱਲੋਂ ਰਾਜੋਆਣਾ ਸਾਹਿਬ ਦੀ ਰਿਹਾਈ ਨੂੰ ਲੈ ਕੇ ਸੰਸਦ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਦੇਖੋ, ਜਿਸ ਵੇਲੇ ਇਹਨਾਂ ਦੀ ਕਿਸ਼ਤੀ, ਸਿਆਸੀ ਕਿਸ਼ਤੀ ਡੁੱਬ ਰਹੀ ਹੈ, ਡੁੱਬ ਚੁੱਕੀ ਹੈ ਪੰਜਾਬ ਦੀ ਸਿਆਸਤ 'ਚੋਂ, ਉਸ ਵੇਲੇ ਇਹਨਾਂ ਨੂੰ ਚੇਤੇ ਆ ਗਿਆ ਪੰਥਕ ਮੁੱਦਾ, ਜਿਸ ਵੇਲੇ ਆਪ ਹੁਣ ਡੁੱਬ ਗਏ। ਅਗਰ ਇਹੋ ਗੱਲ ਅੱਜ ਤੋਂ 10 ਸਾਲ ਪਹਿਲਾਂ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਦੇ ਵੇਲੇ ਇਹ ਗੱਲ ਕਰਦੇ, ਅਟਲ ਬਿਹਾਰੀ ਵਾਜਪੇਈ ਵੇਲੇ ਇਹਨਾਂ ਨੇ ਸੱਤਾ ਦਾ ਆਨੰਦ ਮਾਣਿਆ, ਮੋਰਾਰਜੀ ਦੇਸਾਈ ਵੇਲੇ ਇਹਨਾਂ ਨੇ ਆਨੰਦ ਮਾਣਿਆ, ਹੁਣ ਮੋਦੀ ਦੇ ਸਰਕਾਰ ਵੇਲੇ ਆਨੰਦ ਮਾਣਿਆ, ਤਾਂ ਇਹ ਸਾਰੀਆਂ ਸਰਕਾਰਾਂ ਵਿਚਲੇ ਇਹਨਾਂ ਨੇ ਆਨੰਦ ਮਾਣਿਆ, ਤਾਂ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਸਿੱਖ ਮੁੱਦੇ ਚੇਤੇ ਆਏ? ਕਿਉਂ ਨਹੀਂ ਚੇਤੇ ਆਏ? 550 ਸਾਲਾਂ ਜਿਸ ਵੇਲੇ ਰਿਹਾਈ ਦੀ ਗੱਲ ਚੱਲੀ ਸੀਗੀ, ਤਾਂ ਉਸ ਵੇਲੇ ਇਹ ਪਾਵਰ ਵਿੱਚ ਸੀਗੇ, ਇਹਨਾਂ ਨੂੰ ਉਸ ਵੇਲੇ ਗੱਲ ਕਰਨੀ ਚਾਹੀਦੀ ਸੀਗੀ। ਕਹਿਣ ਤੋਂ ਭਾਵ ਜਿਹੜਾ ਹਰਸਿਮਰਤ ਕੌਰ ਬਾਦਲ ਨੇ, ਬੀਬਾ ਨੇ ਜਿਹੜੀ ਗੱਲ ਹੁਣ ਲੋਕ ਸਭਾ ਵਿੱਚ ਕੀਤੀ ਹੈ, ਮੈਂ ਸਮਝਦਾ ਹਾਂ ਇੱਕ ਆਪਣੀ ਜਿਹੜੀ ਗੁਆਚੀ ਹੋਈ ਜਿਹੜੀ ਸਾਖ ਹੈ ਉਸ ਨੂੰ ਰਿਵਾਈਵਲ ਕਰਨ ਦਾ ਮੁੱਦਾ ਹੈਗਾ ਹੈ। ਔਰ ਇਹ ਪਰਿਵਾਰ ਤਾਂ ਬੰਦੀ ਸਿੰਘਾਂ ਦੇ ਅਗੇਂਸਟ ਬੋਲਦਾ ਰਿਹਾ। ਇਹਨਾਂ ਦੀ ਬੋਲੀ ਦੇ ਵਿੱਚ ਤੇ ਜਿਹੜਾ ਬੇਅੰਤ ਸਿੰਘ ਦਾ ਪੋਤਰਾ ਹੈ ਜੀ, ਹਾਂਜੀ, ਉਹਦੀ ਬੋਲੀ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ ਜੀ। ਇਹਨਾਂ ਨੂੰ ਇਹ ਵੀ ਅੰਦਰੋਂ ਖਦਸ਼ਾ ਹੈਗਾ ਹੈ ਕਿ ਅਗਰ ਇੰਨੀ ਸਾਲਾਂ ਤੋਂ ਬੰਦੀ ਸਿੰਘ ਜਿਹੜੇ ਨੇ ਬਾਹਰ ਆ ਜਾਣ ਜੀ, ਤੇ ਆ ਕਰਕੇ ਸਿੱਖ ਲੀਡਰਸ਼ਿਪ ਦਾ ਅੱਗੇ ਕਮਾਂਡ ਸੰਭਾਲਣ, ਤਾਂ ਇਹ ਲੋਕ ਸਾਰੇ ਇਰਰੈਲੇਵੈਂਟ ਹੋ ਜਾਂਦੇ ਨੇ। ਸੋ ਇਸ ਕਰਕੇ ਇਹ ਲੋਕ ਕੇਵਲ ਉਸ ਬੰਦੀ ਸਿੰਘ ਦੀ ਗੱਲ ਕਰਨਗੇ ਜਿਹਦੇ ਨਾਲ ਕਿ ਇਹਨਾਂ ਨੂੰ ਕੋਈ ਲੱਗਦਾ ਹੈ ਕਿ ਹਾਂ ਭਾਈ ਸਾਨੂੰ ਕੋਈ ਮਾਈਲੇਜ ਮਿਲਣੀ ਹੈ। ਇਹ ਸਾਰੀ ਬੰਦੀ ਸਿੰਘਾਂ ਦੀ ਗੱਲ ਕਦੀ ਵੀ ਨਹੀਂ ਕਰਨਗੇ ਜੀ। ਜੋ ਤੁਹਾਡੇ ਵੱਲੋਂ ਪੱਤਰ ਲਿਖਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ, ਇਹ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਹੱਥ ਭੇਜਿਆ ਜਾ ਰਿਹਾ ਜਾਂ ਈਮੇਲ ਕਰ ਚੁੱਕੇ ਹੋ, ਜਾਂ ਕਿਸ ਤਰ੍ਹਾਂ ਪਹੁੰਚਾਇਆ ਜਾਏਗਾ? ਈਮੇਲ ਸਭ ਤੋਂ ਵਧੀਆ ਤਰੀਕਾ ਹੈ ਜੀ। ਇਹਦੇ ਵਿੱਚ ਕੋਈ ਡੀਸੀ ਨੂੰ ਜਾ ਕੇ ਮੰਗ ਪੱਤਰ ਦੇਣ ਦੀ ਲੋੜ ਨਹੀਂ, ਉੱਥੇ ਪਹੁੰਚਾ ਦਿਓ। ਅੱਜ ਕੱਲ੍ਹ ਤਾਂ ਈਮੇਲ ਇੱਕ ਐਸਾ ਸਭ ਤੋਂ ਵਧੀਆ ਤਰੀਕਾ ਹੈ। ਹੁਣ ਤੁਹਾਡੇ ਨਾਲ ਜਿਹੜੀ ਗੱਲ ਕਰ ਰਹੇ ਹਾਂ ਚੈਨਲ 'ਤੇ, ਇਹ ਵੀ ਗੱਲ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਜਾਣੀ ਹੈ, ਇਹ ਪਹੁੰਚੇਗੀ। ਤੋ ਈਮੇਲ ਇਜ਼ ਦਾ ਇੰਟਰਨੈਟ ਜਿਹੜਾ ਹੈ, ਦੈਟ ਇਜ਼ ਦਾ ਬੈਸਟ ਵੇ ਆਪਣੀ ਗੱਲ ਕਹਿਣ ਦਾ। ਹੋਰ ਇਹ ਚਿੱਠੀ ਜਿਹੜੀ ਹੈ ਉਹਨਾਂ ਨੂੰ ਅਸੀਂ ਮੇਲ ਦੇ ਰਾਹੀਂ ਭੇਜ ਚੁੱਕੇ ਹਾਂ ਜਿਹਦੇ ਵਿੱਚ ਕਿ ਅਸੀਂ ਇਹ 3 ਮੰਗਾਂ ਮੈਂਸ਼ਨ ਕੀਤੀਆਂ ਨੇ। ਤਾਂ ਬਿਲਕੁਲ ਇਹ ਚਿੱਠੀ ਜਿਹੜੀ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਹੁਣੀ, ਜੋ ਕਿ ਹਵਾਰਾ ਕਮੇਟੀ ਦੇ ਮੈਂਬਰ ਹੈ, ਉਹਨਾਂ ਵੱਲੋਂ ਭੇਜੀ ਗਈ ਹੈ। ਤਾਂ ਮੰਗਾਂ ਜਿਹੜੀਆਂ ਰੱਖੀਆਂ ਗਈਆਂ, ਇੱਕ ਸਿੱਖ ਕੌਮ ਨੂੰ ਵੱਖਰੀ ਪਹਿਚਾਣ ਦੇਣ ਦੀ ਮੰਗ ਰੱਖੀ ਗਈ ਹੈ। ਇਸ ਦੇ ਨਾਲ ਹੀ ਜੋ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਨੂੰ ਢਾਇਆ ਗਿਆ, ਉਹਨਾਂ ਨੂੰ ਦੁਬਾਰਾ ਬਣਾਉਣ ਦੀ ਮੰਗ ਰੱਖੀ ਗਈ ਹੈ। ਅਤੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਮੰਗ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਜਿਹੜੀ ਹੈ ਉਹ ਰੱਖੀ ਗਈ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਜਿੱਥੇ ਹਰਿਆਣਾ ਸਰਕਾਰ ਮਨਾ ਰਹੀ ਹੈ, ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇੱਕ ਜਿਹੜਾ ਸਮਾਗਮ ਕੀਤਾ ਜਾ ਰਿਹਾ, ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਵੀ ਜਿਹੜੀ ਰਿਹਾਈ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਇੱਕ ਈਮੇਲ ਦੇ ਜ਼ਰੀਏ ਪੱਤਰ ਜਿਹੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਵੱਲੋਂ ਭੇਜਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 21 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਬਿਆਨ ਦਿੰਦੇ ਹਨ ਜਾਂ ਨਹੀਂ, ਇਹ ਹੁਣ ਆਉਣ ਵਾਲੀ 21 ਅਪ੍ਰੈਲ ਹੀ ਦੱਸੇਗੀ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ TV, ਅੰਮ੍ਰਿਤਸਰ।